वालेकुम रहमतुल्लाह बरकातहू। तनवीर भाई की हाल जे? ते ठीक है, बेशक थोड़े उच्ची बोल लेना। तो तनवीर भाई का तुहानू तारफ कराइए। तनवीर भाई एक शहजादे आदमी ने, लंगर खाने की ड्यूटी देंदे ने हमेशा। ਜਿਹੜੇ ਸਾਡੇ ਇੰਤਜ਼ਾਮਾत ਹੁੰਦੇ ਨੇ ਖਾਣ ਪੀਣ ਦੇ, ਉਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਵੀ ਕੰਟਰੀਬਿਊਸ਼ਨ ਹੁੰਦਾ ਹੈ। ਤੇ ਇਸ ਵਾਰੀ ਲੰਗਰ ਦੀ ਕੋਈ ਡਿਊਟੀ ਦੇ ਰਹੇ ਹੋ? नहीं ऐसा मेरी तबीयत कोई ऐसी अच्छा। हो गई, मैं बीमार हो गया, अच्छा कोई ब्लड प्रेशर शुगर का मसला। अच्छा। तो डॉक्टर ने भी कहा कि इन्नी गर्मी बहुत ज़्यादा वा, ਹੀਟ ਹੁੰਦੀ ਕਾਫੀ। ਹਾਂ इस वजह तो छोटे छोटे काम ਜਿਹੜੇ ਨੇ ਮੈਂ ਕਰ ਲੈਣਾ, ਸਹੀ ਹੈ। ਜਿਹੜੇ ਆਪਣੇ ਇਲਾਕਿਆਂ ਦੇ ਵਿੱਚ ਕੋਈ ਛੋਟਾ ਮੋਟਾ ਕੋਈ ਸਹੀ। ਪ੍ਰੋਗਰਾਮ ਹੋਏ ਉਹ ਕਰ ਲਈਦੇ ਨੇ। ਬਾਕੀ ਉਹ ਜ਼ਿਆਦਾ ਜਿਹੜਾ ਹਾਈ ਲੈਵਲ ਤੇ ਜਿਹੜੇ ਕੰਮ ਨੇ ਉਹ ਨਹੀਂ ਹੁੰਦੇ। ਪਹਿਲੇ ਤੁਸੀਂ ਮੇਨ ਲੰਗਰ ਖਾਨੇ 'ਚ ਵੀ ਕਰਦੇ ਰਹੇ ਹੋ ਨਾ, ਬੜੇ ਲੰਗਰ ਅਰਸੇ ਖਾਨੇ 'ਚ ਕੀਤਾ ਵੀ ਹੈ। ਕਰਦੇ ਸੀ ਪੂਰੇ ਬਰੀਮਨ ਵੀ ਮੈਂ ਉਹ ਜਿਹਦੇ ਵਿੱਚ ਵੀ ਦਿਮਾਗ ਵਗੈਰਾ ਪੂਰਾ ਹੋਣੇ ਉੱਥੇ ਸਟਾਰਟ ਅਸੀਂ ਤੋਂ ਲੰਗਰ ਖਾਨੇ ਤੋਂ ਸ਼ੁਰੂ ਕੀਤਾ ਸੀ। ਅੱਛਾ ਅੱਛਾ। ਤਨਵੀਰ ਭਾਈ ਇਹ ਵੀ ਦੱਸੀਏ ਕਿ ਸਾਡੇ ਜਿਹੜੇ ਭਾਈ ਅਸਲਮ ਜਿਨ੍ਹਾਂ ਦੀ ਵਫਾਤ ਹੋ ਗਈ ਸੀ, ਉਹ ਦਿਨ ਉਹ ਵੀ ਖਿਦਮਤ ਕਰਕੇ ਜਾਣਦੇ ਸੀ। ਆਖਰੀ ਦਿਨ ਭਾਈ ਤਨਵੀਰ ਨਾਲ ਸੀ। ਬਿਲਕੁਲ ਉਹ ਇੱਕ ਫਰਿਸ਼ਤਾ ਬੰਦਾ ਸੀ, ਉਹ ਬਹੁਤ ਨੇਕ ਖਿਦਮਤ ਕਰਨ ਵਾਲਾ, ਬਹੁਤ ਜ਼ਿਆਦਾ ਖਿਦਮਤ ਉਹਨੇ ਕੀਤੀ ਇੱਥੇ। ਮੈਂ ਤਾਂ ਥੋੜੀ ਦੇਰ ਬਾਅਦ ਹੀ ਆਇਆ, ਮੈਂ ਪਹਿਲੇ ਬਰੀਮਨ ਹੁੰਦਾ ਸੀ। ਅੱਛਾ ਉਹ ਫਿਰ 14-15 ਸਾਲ ਇੱਥੇ ਸਾਡੇ ਨਾਲ ਨਾਸਰ ਬਾਗ ਤੇ ਇੱਥੇ ਲੰਗਰਖਾਨੇ 'ਚ ਵੀ ਕੰਮ ਕਰਦਾ ਰਿਹਾ, ਬਹੁਤ ਜ਼ਿਆਦਾ ਕੰਮ ਕੀਤਾ ਉਹਨੇ। ਲੇਕਿਨ ਆਖਰੀ ਮੁਲਾਕਾਤ ਰਾਤੀ 11 ਵਜੇ ਸਾਨੂੰ ਮਿਲ ਕੇ ਗਿਆ। ਅੱਛਾ ਤੇ ਸਵੇਰ ਖਬਰ ਆਈ ਰਾਤ ਨੂੰ, ਉਸੇ ਟਾਈਮ ਮੇਰਾ 10-15 ਮਿੰਟ ਬਾਅਦ ਉਹਦੀ ਡੈਥ ਹੋ ਗਈ। ਅੱਛਾ। ਤੇ ਤੁਸੀਂ ਆਖਰੀ ਦਿਨ ਆਓ ਤੁਹਾਡੇ ਨਾਲ ਹੀ ਤਕਰੀਬਨ ਰਿਹਾ ਉਹ ਆਖਰੀ ਦਿਨ ਤੇ ਸਾਡੇ ਉਹ ਕੋਈ ਸੂਰਤ ਸਾਰੀ ਥੋੜੀ ਜਿਹੀ ਦੱਸ ਕੋਈ 2-4 ਮਿੰਟ ਦੇ ਵਿੱਚ? ਹਾਂਜੀ ਉਹੀ ਅਸੀਂ ਸਾਡਾ ਕੋਈ 18 ਦਾ ਕੋਈ ਪ੍ਰੋਗਰਾਮ ਸੀ, ਜਲਾਸ ਸੀ, ਤੇ ਅਸੀਂ ਕੋਈ ਖਾਣੇ ਦਾ ਪ੍ਰੋਗਰਾਮ ਬਣਾਇਆ ਸੀ। ਪਕੌੜੇ ਨਹੀਂ ਹੁੰਦੇ, ਹਾਂਜੀ ਕਹਿੰਦੇ ਨੇ ਪਾਵੇ ਪਾਵੇ ਪਾਵੇ। ਹਾਂਜੀ ਉਹ ਅਸੀਂ ਬਣਾਏ ਸੀ। ਉਧਰ ਕੋਈ ਆਮਲਾ ਦੀ ਕੋਈ ਮੀਟਿੰਗ ਸੀ ਅਨਸਾਰਾਂ ਦੀ, ਤੇ ਦੋ ਨਾਲ ਅਸਲਮ ਵੀ ਆ ਗਿਆ ਉਸ ਟਾਈਮ। ਕੋਈ 10-11 ਦਾ ਟਾਈਮ ਹੋਣਾ, ਦੁਪਹਿਰ ਨੂੰ ਵੀ ਇਕੱਠੇ ਅਸੀਂ ਰੋਟੀ ਖਾਧੀ। ਅੱਛਾ। ਤੇ ਫਿਰ ਉਸ ਤੋਂ ਬਾਅਦ ਫਿਰ ਥੋੜੀ ਦੇਰ ਬਾਅਦ ਰੋਟੀ ਖਾ ਕੇ ਚਲ ਗਿਆ। ਮਤਲਬ ਖੀਰ ਬਣਾਉਣੀ ਸੀ, ਉਹ ਕਿਤੇ ਸ਼ਾਦੀ ਹਾਲ ਹੈ, ਉੱਥੇ ਕੰਮ ਕਰਦਾ ਸੀ। ਅੱਛਾ। ਤੇ ਉਹ ਉੱਥੇ ਗਿਆ ਰਾਤ ਨੂੰ ਕਰਕੇ ਤੇ ਵਾਪਸ ਆਇਆ ਦੁਬਾਰਾ। ਤੇ ਰਾਤ 10-11 ਵਜੇ ਤੱਕ ਸਾਡੇ ਕੋਲ ਬੈਠਾ ਰਿਹਾ। ਅਸੀਂ ਬਾਵਜੂਦ ਕਹਿੰਦੇ ਵੀ ਜੇ ਅਸਲਮ ਤੇਰੀ ਛੁੱਟੀ ਹੈ ਸੁਬਾਹ, ਤੂੰ ਥੋੜਾ ਜਿਹਾ ਇੰਤਜ਼ਾਰ ਕਰ ਲਾ, ਠਹਿਰ ਕੇ ਚਲੇ ਜਾਵੀਂ। ਬਸ ਅੱਲਾ ਉਹਦੀ ਆਈ ਸੀ, ਟਾਈਮ ਉਹਦਾ ਆ ਗਿਆ ਸੀ। ਬਾਵਜੂਦ ਅਸੀਂ ਹੋਰ ਵੀ ਦੋਸਤ ਸੀ, ਅਸੀਂ ਸਾਰੇ ਕਹਿੰਦੇ ਕਿ ਤੂੰ ਥੋੜਾ ਬੈਠ, ਕੋਈ ਨਹੀਂ ਗੱਪਾ ਛੱਪਾ ਮਾਰਦੇ, ਸੁਬਾਹ ਹੀ ਯਾਰ ਪ੍ਰੋਗਰਾਮ ਹੋ ਜਾਏਗਾ, ਕੋਈ ਨਹੀਂ ਜਿਹੜਾ ਤੂੰ ਸ਼ਾਦੀ ਦਾ ਕੋਈ ਖਾਣਾ ਛਾਣਾ ਬਣਾਉਣਾ। ਇਸ ਤਰ੍ਹਾਂ ਹੀ ਬਸ ਆਖਰੀ ਮੁਲਾਕਾਤ ਮਸਜਿਦ ਨਾਸਰ ਬਾਗ ਦੀ ਮਸਜਿਦ ਜਿਹੜੀ ਤੋਂ ਬਾਹਰ ਮੈਂ ਗੇਟ ਤੇ ਲਾਇਆ ਉਹਨਾਂ। ਉਸ ਤੋਂ ਬਾਅਦ 10-15 ਮਿੰਟ ਬਾਅਦ ਖਬਰ ਆ ਗਈ। ਅੱਛਾ ਅੱਛਾ। ਅੱਲਾਹ ਤਾਲਾ ਯਾਰ ਭਾਈ ਅਸਲਮ ਦੀ ਮਕਸਦ ਕਰੇ। ਬਹੁਤ ਸ਼ਰੀਫ ਆਦਮੀ, ਬਹੁਤ ਸ਼ਰੀਫ। ਅੱਛਾ ਅੱਛਾ। ਮੈਂ ਤਾਂ ਲੰਗਰਖਾਨੇ ਮਾਸ਼ਾਅੱਲਾ ਅਕਸਰ ਇਕੱਠੀ ਡਿਊਟੀ ਹੁੰਦੀ, ਮੈਂ ਤੁਹਾਨੂੰ ਭਾਈ ਸਮਝਦਾ ਜਾਂ ਕਜ਼ਨ ਵਗੈਰਾ ਨਾ? ਨਹੀਂ ਉਹ ਦੋਸਤ ਹੈਗਾ, ਅੱਛਾ ਭਾਈਆਂ ਦਾ ਰਹੀ ਆ ਸਾਰਿਆਂ ਨਾਲ ਹੀ, ਭਾਈਆਂ ਵਰਗਾ ਹੀ ਉਹਦਾ ਸਹੀ ਹਿਸਾਬ ਕਿਤਾਬ ਸੀ। ਹਾਂ ਬਹੁਤ ਨੈਟ ਬੰਦਾ ਸੀ, ਖਿਦਮਤ ਕਰਨ ਚੋਂ ਵੀ ਬਹੁਤ ਜ਼ਿਆਦਾ ਅੱਗੇ ਬੜਾ ਸ਼ੌਕ ਹੁੰਦਾ ਸੀ ਉਹਨੂੰ ਲੰਗਰਖਾਨੇ 'ਚ ਕੰਮ ਕਰਨ ਦਾ, ਖਾਣਾ ਬਣਾਉਣ। ਤੇ ਸ਼ੁਰੂ ਤੋਂ ਕੋਸ਼ਿਸ਼ ਅਸੀਂ ਇਹੀ ਕਰਦੇ ਹੁੰਦੇ ਜੀ, ਅਸੀਂ ਖਾਣਾ ਬਣਾਉਣਾ ਤੇ ਉਹਨੂੰ ਕਹਿਣਾ ਕਿ ਚੱਲ ਤੇਰੇ ਕੋਲ ਟਾਈਮ ਹੈਗਾ ਤੇ ਤੂੰ ਬਣਾ ਦੇ, ਜੇ ਤੇਰੇ ਕੋਲ ਟਾਈਮ ਨਹੀਂ ਹੋਏਗਾ ਤੇ ਫਿਰ ਅਸੀਂ ਬਣਾ ਦਿਆਂਗੇ। ਸਹੀ। ਜ਼ਿਆਦਾ ਉਹਨੂੰ ਹੀ ਅੱਗੇ ਕਰੀਦਾ ਹੁੰਦਾ ਸੀ। ਅੱਛਾ। ਖਾਣਾ ਵੀ ਅੱਛਾ ਬਣਾਉਂਦਾ ਸੀ, ਪਿਆਰਾ ਮਜ਼ੇਦਾਰ ਖਾਣਾ ਹੁੰਦਾ ਸੀ। ਯਾਦਾਂ ਰਹਿ ਜਾਂਦੀਆਂ, ਯਾਦਾਂ ਰਹਿ ਜਾਂਦੀਆਂ ਨੇ। ਖਿਦਮਤ ਮਾਸ਼ਾਅੱਲਾ ਬਹੁਤ ਕੀਤੀ ਉਹਨੇ। ਸਹੀ। ਭਾਈ ਤਨਵੀਰ ਨੇ ਮਾਸ਼ਾਅੱਲਾ ਬੜੀ ਖਿਦਮਤ ਕੀਤੀ। ਹੁਣ ਉਹ ਕਹਿੰਦੇ ਕੋਈ ਦੇਖੋ ਇਨਸਾਨ ਦੇ ਉੱਤੇ ਕੋਈ ਆ ਜਾਂਦੀ ਬਿਮਾਰੀ ਵਗੈਰਾ ਵੀ ਆ ਜਾਂਦੀ। ਹੁਣ ਕਹਿ ਰਹੇ ਨੇ ਕਿ ਉਸ ਵਜ੍ਹਾ ਤੋਂ ਮੇਨ ਲੰਗਰ ਨਹੀਂ ਤੇ ਨਹੀਂ, ਮਗਰ ਵੈਸੇ ਅੱਲਾ ਦਾ ਫਿਰ ਖਿਦਮਤ ਕਰਦਾ ਰਹਿਣਾ। ਭਾਈ ਅਸਲਮ ਦੀਆਂ ਗੱਲਾਂ ਕਰ ਰਹੇ ਸੀ ਤੇ ਭਾਈ ਮੁਸ਼ਤਾਕ ਵੀ ਅਚਾਨਕ ਆ ਗਏ ਨੇ ਤੇ ਇਹ ਵੀ ਜ਼ਿਕਰ ਕਰ ਰਹੇ ਨੇ ਜਿੱਦਣ ਉਹਨਾਂ ਦੀ ਵਫਾਤ ਹੋਈ ਉਸ ਤੇ ਤਾਂ ਕੋਈ। ਜੀ ਅਸਲਾਮ ਵਾਲੇਕੁਮ ਭਾਈ ਮੁਸ਼ਤਾਕ, ਕੀ ਤੁਸੀਂ ਕਿਤੇ ਦੱਸ ਰਹੇ ਸੀ ਉਸ ਦਿਨ ਕੀ ਹੋਇਆ ਜਦੋਂ? ਪਾਕਿਸਤਾਨ ਤੋਂ ਜਦੋਂ ਉਹਦਾ ਐਕਸੀਡੈਂਟ ਹੋਇਆ। ਅੱਛਾ। ਮੈਂ ਤਾਂ ਉਹਦਾ ਛੋਟਾ ਭਾਈ। ਅੱਛਾ। ਹਾਂ ਤੇ ਇਹ ਖਬਰ ਮਿਲੀ ਕਿ ਐਕਸੀਡੈਂਟ ਬਹੁਤ ਭੈੜਾ ਹੋਇਆ। ਅੱਛਾ। ਦੁਆ ਕਰੋ ਤੇ ਸ਼ਾਮ ਤੱਕ ਅਸੀਂ ਉੱਥੋਂ ਆਉਣ ਲੱਗੇ ਹਾਂ, ਟਿਕਟਾਂ ਕਰਾ ਕੇ ਤੇ ਸ਼ਾਮ ਤੱਕ ਰਿਪੋਰਟ ਆ ਗਈ ਕਿ ਨਹੀਂ ਖੈਰ, ਮਤਲਬ ਕਿ ਬੋਲੇਗਾ ਤੇ ਨਹੀਂ ਸ਼ਾਇਦ ਇਹ ਬਚ ਗਿਆ। ਅੱਛਾ। ਤੇ ਅਸੀਂ ਫਿਰ ਆਰਾਮ ਨਾਲ ਉੱਥੇ ਬੈਠੇ ਤੇ ਦੂਜੇ ਦਿਨ ਫਿਰ ਖਬਰ ਆ ਗਈ ਕਿ ਕੋਈ ਨਹੀਂ ਚੱਲ। ਅੱਛਾ। ਤੇ ਨਾਲ ਹੀ ਖਬਰ ਆਈ ਤੇ ਨਾਲ ਬਾਅਦ 'ਚ ਪਤਾ ਫੌਤ ਹੋ ਗਈ। ਅੱਛਾ। ਉੱਥੇ ਹਾਂ ਜਦੋਂ ਦਫਨਾਇਆ। ਅੱਛਾ। ਤੇ ਉਹਨਾਂ ਵਾਲਸ ਵੀ ਉੱਥੇ ਤੁਹਾਡੇ ਲੱਗੇ ਸੀ ਤੋਂ? ਅੱਛਾ। ਵੀ ਉੱਥੇ ਸੀ।
ਉਹਨਾਂ ਦੇ ਘਰ ਹੀ ਬੈਠੇ ਆਸਰਮ ਦੇ ਘਰ 'ਚ ਬੈਠੇ ਅੱਛਾ ਭਾਈ ਨਹੀਂ ਆ ਸਕੇ, ਉਹ ਤੇ ਪਾਕਿਸਤਾਨ ਰਹਿੰਦੇ ਸੀ। ਅੱਛਾ ਬਾਈ ਉਹਦੇ ਤੇ ਉਹ ਪਾਕਿਸਤਾਨ ਛੋਟਾ ਭਰਾ ਜਿਹੜਾ ਉਹ ਪਾਕਿਸਤਾਨ ਗਿਆ ਸੀ ਅੱਛਾ। ਮਿਲਣ, ਅਕਰਮ। ਅਕਰਮ, ਅੱਛਾ ਅਕਰਮ ਭਾਈ, ਉਹਨਾਂ ਭਾਈ ਅਕਰਮ ਨਾਲ ਗੱਲ ਹੁੰਦੀ ਕਦੀ ਕਦੀ ਨਾ ਮੇਰੀ, ਹਾਂ ਤੇ ਉਹ ਵਿਚਾਰਾ ਉਹ ਵੀ ਨਹੀਂ ਆ ਸਕਿਆ ਅੱਛਾ ਜਨਾਜ਼ੇ ਤੇ। ਅੱਛਾ ਹਾਂ ਬਹੁਤ ਨਾਈਸ ਇਨਸਾਨ ਸੀ, ਚਲੋ ਅੱਲਾਹ ਤਾਲਾ ਉਹਦੀ ਮਕਸਦ ਸੁਣਵਾਏ। ਅੱਛਾ, ਖਿਦਮਤ ਬਹੁਤ ਜ਼ਿਆਦਾ ਹਾਂ। ਮੁੰਡਾ ਸੀ, ਬਹੁਤ ਅੱਛਾ ਕੰਮ ਕਰਦਾ। ਹੂੰ ਬੜਾ ਸ਼ੌਕ ਸੀ ਉਹਨੂੰ, ਜਜ਼ਬਾ ਸੀ ਬਹੁਤ ਅੱਛਾ। ਹੂੰ ਕੀ ਕਰੀਆ ਉਹ ਵਿੱਚ ਬਿਮਾਰ ਸੀ, ਜਮਾਤੀ- ਚੰਗਾ ਭਲਾ ਜਾਂਦਾ ਸੀ ਹਾਂ। ਕੰਮ ਤੋਂ ਆਇਆ ਤੇ ਅਗਲੇ ਵਿੱਚ ਚੁੱਕ ਉਹਨੂੰ ਕੇ ਅਸੀਂ ਸ਼ੁਰੂ ਤੋਂ ਦੇਖਦੇ ਪਏ ਲੰਗਰ ਖਾਨੇ ਦੇ ਵਿੱਚ ਬੜੀ ਖਿਦਮਤ। ਜਿੱਥੇ ਵੀ ਚਲੋ ਉਹਨੂੰ ਹੁਣ ਚਲੋ ਬਹੁਤ ਸ਼ੁਕਰੀਆ ਜਜ਼ਾਕੱਲਾ। ਜਿਹਨੇ ਬੁਲਾਣਾ ਹੈ, ਉਹਨੇ ਚਲੇ ਜਾਣਾ, ਉਹਨੇ ਨਹੀਂ ਦੇਖਣਾ ਕਿ ਕਿੰਨੇ ਬੁਲਾਇਆ ਗਿਆ? ਜਮਾਤ ਦੇ ਬੰਦੇ ਜਿਸ ਤਰ੍ਹਾਂ ਦਾ ਵੀ ਜਿਹੜਾ ਵੀ ਜਮਾਤੀ ਕੋਈ ਕੰਮ ਹੈਗਾ, ਹਾਂ ਉਹਨੇ ਜਿਹਨੇ ਵੀ ਆਵਾਜ਼ ਦੇਣੀ ਹੈ ਚਲੇ ਜਾਣਾ। ਚੱਲ ਜਾਣਾ ਹੈ। ਬੈਤ ਸਬੂ ਹਾਂ ਇੱਧਰ ਵੀ ਜਦੋਂ ਵੀ ਕੋਈ ਛੋਟੀ ਜਿਹੀ ਵੀ ਗੱਲ ਕਰਨੀ, ਕਿਸੇ ਨੇ ਵੀ ਛੋਟਾ ਜਿਹਾ ਵੀ ਕੰਮ ਹੋਣਾ, ਉਹਨੂੰ ਛੱਡ ਕੇ ਸਭ ਕੁਝ ਚੱਲ ਜਾਣਾ ਹੈ। ਬੈਤ ਸਬੂ ਵੀ ਬੜੀ ਦੇਰ ਕੰਮ ਕਰਦਾ ਹੈ। ਅੱਛਾ ਜਿੱਥੇ ਵੀ ਕੋਈ ਜਮਾਤ ਕਹਿੰਦੀ ਸੀ ਉਹ ਚਲੇ ਜਾਂਦਾ ਸੀ ਬੜੇ ਸ਼ੌਕ ਨਾਲ। ਸਹੀ ਸ਼ੌਕ ਬਹੁਤ ਜ਼ਿਆਦਾ ਸੀ ਸਹੀ ਮਸਤੀ ਕੰਮਾਂ ਦਾ, ਸਹੀ ਖਾਣੇ ਬਣਾਉਣ ਦਾ ਬੜਾ ਸ਼ੌਕ ਸੀ। ਅੱਛਾ ਖਾਣਾ ਬੜਾ ਪਿਆਰਾ ਅੱਛਾ ਬਣਾਉਂਦਾ। ਹੂੰ ਅੱਲਾਹ ਨੇ ਬਜ਼ਾਰ ਬੁਲੰਦ ਕਰੇ, ਆਮੀਨ ਆਮੀਨ। ਬੁਲੰਦ ਕਰੇ ਜਗ੍ਹਾ ਤੇ। ਬਹੁਤ ਸ਼ੁਕਰੀਆ। ਤੁਸੀਂ ਵੀ ਉਹਨਾਂ ਦੀ ਕੁਝ ਯਾਦਾਂ ਜਿਹੜੀਆਂ ਨੇ ਮੇਰੇ ਅਕਸਰ ਮੇਰੇ ਦਿਲ 'ਚ ਜਦੋਂ ਆਉਂਦਾ ਸੀ ਤੇ ਮੈਂ ਸੋਚਦਾ ਸੀ ਕਿ ਭਾਈ ਅਸਲਮ ਦੇ ਬਾਰੇ ਨਾ ਕੋਈ ਵੀਡੀਓ ਬਣਾਵਾਂ, ਕੋਈ ਇਹ ਉਹਨਾਂ ਦੇ ਦੋਸਤਾਂ ਨੂੰ ਪਿਆਰਿਆਂ ਨੂੰ ਪਤਾ ਚੱਲੇ। ਤੇ ਚਲੋ ਬਹੁਤ ਦੁੱਖ ਬਹੁਤ ਜ਼ਿਆਦਾ ਹੋਇਆ ਸਾਨੂੰ ਹਾਂ ਤੇ ਕਿ ਯਕਦਮ ਜਿਸ ਤਰ੍ਹਾਂ ਕੋਈ